ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਦਾ ਨੌਵਾਂ ਪੜਾ। ਇਹ ਪੜਾ ਹੈ ਅਕੱਥ ਦੀ ਕਥਾ ਦਾ। ਕਿੰਜ ਅਕਾਲ ਪੁਰਖ ਦੀ ਕਹਾਣੀ ਸੁਣੀ ਤੇ ਸੁਣਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ਪੌੜੀ ਅੰਦਰ ਸੰਤ ਕਿਸ ਨੂੰ ਕਿਹਾ ਗਿਆ ਹੈ ਅਤੇ ਗੁਰੂ ਦੇ ਹੁਕਮ ਬਾਰੇ ਇਸ ਪੌੜੀ ਅੰਦਰ ਕੀ ਫਰਮਾਨ ਹਨ ਅਤੇ ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਵਿਚਾਰਾਂ ਇਸ ਪੌੜੀ ਅੰਦਰ ਹਨ, ਜਿਸ ਨੂੰ ਜਾਣਨ ਲਈ ਗੁਰੂ ਪਿਆਰਿਓ ਸਾਨੂੰ ਆਨੰਦ ਸਾਹਿਬ ਦੀ ਨੌਵੀਂ ਪੌੜੀ ਅੰਦਰ ਮਨ ਨੂੰ ਲੈ ਕੇ ਜਾਣਾ ਪਏਗਾ ਤੇ ਖੋਜਣਾ ਪਏਗਾ ਕਿ ਗੁਰੂ ਸਾਹਿਬ ਸਾਨੂੰ ਇਸ ਬੰਦ ਅੰਦਰ ਕੀ ਸਿੱਖਿਆ ਦੇ ਰਹੇ ਹਨ। ਸੋ ਆਓ ਇਸ ਪੌੜੀ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝਦੇ ਹਾਂ। ਜਿਵੇਂ ਕਿ ਇਸ ਪੌੜੀ ਦੀ ਪਹਿਲੀ ਤੁਕ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ। ਅਕਥ ਤੋਂ ਭਾਵ ਹੈ ਜਿਸ ਨੂੰ ਕਥਿਆ ਨਾ ਜਾ ਸਕੇ, ਜਿਸ ਬਾਰੇ ਦੱਸਿਆ ਨਾ ਜਾ ਸਕੇ, ਜਿਸ ਬਾਰੇ ਜੇ ਕੁਝ ਕਹਿਣਾ ਹੋਏ ਤਾਂ ਸ਼ਬਦ ਥੁੜ ਜਾਵਣ। ਅਤੇ ਸੰਤ ਇਸ ਤੁਕ 'ਚ ਆਏ ਸੰਤ ਸ਼ਬਦ ਦਾ ਕੀ ਭਾਵ ਹੈ, ਇਸ ਨੂੰ ਸਮਝਣ ਲਈ ਪਹਿਲਾਂ ਥੋੜਾ ਜਿਹਾ ਜਾਣ ਲਈਏ ਕਿ ਗੁਰਬਾਣੀ ਅੰਦਰ ਸੰਤ ਤਾਂ ਬਹੁਤ ਵਾਰ ਆਇਆ, ਪਰ ਸ਼ਬਦ ਅੰਦਰ ਕਿਸ ਤਰ੍ਹਾਂ ਦਾ ਪ੍ਰਕਰਨ ਚੱਲ ਰਿਹਾ ਉਸ ਤੋਂ ਹੀ ਪਤਾ ਲੱਗਦਾ ਹੈ ਕਿ ਕਿਸੇ ਵੀ ਸ਼ਬਦ ਅੰਦਰ ਦਿੱਤੇ ਹੋਏ ਸੰਤ ਅੱਖਰ ਦੇ ਕੀ ਅਰਥ ਹਨ। ਸੋ ਸੰਤ ਗੁਰਬਾਣੀ ਕਿਸ ਕਿਸ ਰੂਪ ਵਿੱਚ ਆਇਆ ਹੈ। ਸੰਤ ਗੁਰਬਾਣੀ ਅੰਦਰ ਅਕਾਲ ਪੁਰਖ ਲਈ ਵੀ ਬਹੁਤ ਵਾਰ ਆਇਆ ਹੈ, ਸੰਤ ਗੁਰੂ ਸਾਹਿਬ ਲਈ ਵੀ ਆਇਆ ਹੈ, ਸੰਤ ਗੁਰਮੁਖ ਲਈ ਵੀ ਆਇਆ ਹੈ, ਸੰਤ ਗੁਰਾਂ ਲਈ ਵੀ ਆਇਆ ਹੈ ਤੇ ਸੰਤ ਝੂਠੇ ਬਾਬਿਆਂ ਲਈ ਵੀ ਆਇਆ ਹੈ। ਸੋ ਸੰਤ ਦੇ ਬਹੁਤ ਸਾਰੇ ਅਰਥ ਹਨ, ਪਰ ਇਸ ਤੁਕ ਅੰਦਰ ਸੰਤ ਕਿਸ ਨੂੰ ਕਿਹਾ ਗਿਆ ਹੈ? ਗੁਰੂ ਪਿਆਰਿਓ ਇਸ ਪੌੜੀ ਅੰਦਰ ਸੰਤ ਉਸ ਮਨ ਨੂੰ ਕਿਹਾ ਗਿਆ ਹੈ ਜੋ ਪਿਛਲੀਆਂ 8 ਪੌੜੀਆਂ ਨੂੰ ਪਾਰ ਕਰਕੇ ਇੱਥੇ ਤੱਕ ਪੁੱਜਾ ਹੈ। ਭਾਵ ਉਹ ਮਨ ਜਿਸ ਮਨ ਅੰਦਰ ਸੱਚ ਆ ਗਿਆ ਹੈ, ਸਤ ਆ ਗਿਆ ਹੈ, ਜਿਸ ਨੇ ਆਨੰਦ ਦੀ ਦਾਤ ਪ੍ਰਾਪਤ ਕਰ ਲਈ ਹੈ, ਉਹ ਮਨ ਹੈ ਸੰਤ। ਭਾਵ ਇਸ ਤੁਕ ਅੰਦਰ ਗੁਰਮੁਖ ਨੂੰ, ਗੁਰਸਿੱਖ ਨੂੰ ਸੰਤ ਕਿਹਾ ਗਿਆ ਹੈ। ਸੋ ਇਸ ਤੁਕ ਅੰਦਰ ਪਿਛਲੇ ਪੜਾਵਾਂ ਨੂੰ ਪਾਰ ਕਰਕੇ ਆਇਆ ਹੋਇਆ ਮਨ ਬੇਨਤੀ ਕਰਦਾ ਹੈ ਕਿ ਆਵੋ ਸੰਤ ਪਿਆਰਿਓ। ਭਾਵ ਆਓ ਗੁਰਮੁਖੋ, ਗੁਰੂ ਪਿਆਰਿਓ, ਉਹ ਗੁਰਸਿੱਖ ਜੋ ਸੱਚ ਨੂੰ, ਆਨੰਦ ਦੀ ਦਾਤ ਨੂੰ ਪ੍ਰਾਪਤ ਕਰ ਚੁੱਕੇ ਹਨ। ਸਭ ਨੂੰ ਬੇਨਤੀ ਕਰਦਾ ਹੈ ਮਨ ਕਿ ਆਓ ਸੰਤ ਪਿਆਰਿਓ, ਆਓ ਰਲ ਮਿਲ ਬੈਠੀਏ। ਬੈਠ ਕੇ ਕੀ ਕਰਨਾ ਹੈ? ਅਕਥ ਕੀ ਕਰਹਿ ਕਹਾਣੀ। ਆਓ ਰਲ ਮਿਲ ਬੈਠ ਕੇ ਅਕਥ ਅਕਾਲ ਪੁਰਖ ਦੀ ਕਹਾਣੀ ਕਰੀਏ। ਭਾਵ ਹੈ ਪਿਆਰੇ ਸੰਤ ਜਨੋ, ਆਓ ਰਲ ਕੇ ਬੇਅੰਤ ਗੁਣਾਂ ਵਾਲੇ ਨਿਰੰਕਾਰ ਦੀਆਂ ਸਿਫਤ ਸਲਾਹਾਂ ਦੀਆਂ ਗੱਲਾਂ ਕਰੀਏ। ਗੁਰੂ ਪਿਆਰਿਓ ਅਸੀਂ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਹਾਂ, ਪਰ ਉੱਥੇ ਜਾ ਕੇ ਸਾਨੂੰ ਕੀ ਕਰਨਾ ਹੈ? ਉਸ ਦਾ ਜਵਾਬ ਹੈ ਇਹ ਤੁਕ ਕਿ ਗੁਰਦੁਆਰਾ ਸਾਹਿਬ ਜਾ ਕੇ ਗੁਰਮੁਖਾਂ ਪਾਸੋਂ ਅਕਥ ਅਕਾਲ ਪੁਰਖ ਦੀ ਕਹਾਣੀ ਭਾਵ ਇੱਕ ਦੀ ਵਿਚਾਰ ਸੁਣਨੀ ਹੈ, ਕਰਨੀ ਹੈ, ਵਿਚਾਰਨੀ ਹੈ, ਤਾਂ ਜੋ ਉਸ ਦੀਆਂ ਗੱਲਾਂ ਕਰ ਕਰਕੇ ਉਸ ਦੇ ਗੁਣ ਗਾ ਗਾ ਕੇ ਰੱਬੀ ਗੁਣ ਮਨ ਅੰਦਰ ਵਸ ਸਕਣ। ਇਸ ਲਈ ਗੁਰਦੁਆਰਾ ਸਾਹਿਬ ਜਾ ਕੇ ਅਕਥ ਦੀ ਕਥਾ ਕਰਨੀ ਹੈ, ਉਸ ਦੇ ਗੁਣ ਗਾਣੇ ਹਨ, ਸਿਫਤ ਸਲਾਹ ਕਰਨੀ ਹੈ। ਤਾਂ ਗੁਰੂ ਪਿਆਰੇ ਉਸ ਤੋਂ ਬਾਅਦ ਅਗਲੀ ਤੁਕ ਅੰਦਰ ਗੁਰੂ ਸਾਹਿਬ ਕੀ ਫਰਮਾਉਂਦੇ ਹਨ, ਆਓ ਜਾਣਦੇ ਹਾਂ। ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ। ਕਰਹਿ ਭਾਵ ਕਰੀਏ, ਕੇਰੀ ਭਾਵ ਦੀ, ਦੁਆਰੈ ਭਾਵ ਦੁਆਰਾ, ਕਿਸ ਤਰੀਕੇ ਨਾਲ, ਵਸੀਲੇ ਨਾਲ, ਕਿਸ ਦੁਆਰਾ। ਤਾਂ ਗੁਰੂ ਪਿਆਰਿਓ ਸਾਡੇ ਵਿੱਚੋਂ ਤਾਂ ਨਹੀਂ, ਪਰ ਬਹੁਤ ਸਾਰੇ ਐਸੇ ਲੋਕ ਹਨ ਜੋ ਅਕਸਰ ਇਹ ਸਵਾਲ ਕਰ ਦਿੰਦੇ ਹਨ ਕਿ ਗੁਰਦੁਆਰਾ ਸਾਹਿਬ ਜਾ ਕੇ ਭਜਨ ਕੀਰਤਨ ਕਿਉਂ ਕਰਨਾ ਹੈ, ਕਿਉਂ ਗੁਰਬਾਣੀ ਪੜ੍ਹਨੀ ਹੈ, ਕਿਉਂ ਕਥਾ ਕਰਨੀ ਹੈ। ਸੋ ਇਸ ਸਵਾਲ ਦਾ ਜਵਾਬ ਵੀ ਨਾਲ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਰਹਿ ਕਹਾਣੀ ਭਾਵ ਆਓ ਸੰਤ ਜਨੋ, ਆਓ ਗੁਰਮੁਖੋ ਰਲ ਕੇ ਕਥਾ ਕਹਾਣੀ ਕਰੀਏ, ਬਾਤਾਂ ਪਾਈਏ, ਗੁਣ ਗਾਈਏ। ਕਿਸੇ ਦੇ? ਅਕਥ ਕੇਰੀ। ਅਕਥ ਅਕਾਲ ਪੁਰਖ ਦੀ ਕਹਾਣੀ, ਅਕਾਲ ਪੁਰਖ ਦੇ ਗੁਣ, ਉਸ ਦੀ ਸਿਫਤ ਸਲਾਹ ਕਰਨੀ ਹੈ। ਪਰ ਕਰਨੀ ਕਿਉਂ ਹੈ, ਕਿਸ ਲਈ ਕਰਨੀ ਹੈ? ਉਸ ਦਾ ਜਵਾਬ ਇਸ ਤੁਕ ਅੰਦਰ ਹੈ ਕਿ ਕਿਤ ਭਾਵ ਕਿਸ, ਦੁਆਰਾ ਭਾਵ ਕਿਸ ਤਰੀਕੇ ਨਾਲ, ਕਿਸ ਵਸੀਲੇ ਨਾਲ, ਪਾਈਏ ਭਾਵ ਕਿਸ ਤਰੀਕੇ ਨਾਲ ਅਕਥ ਨਿਰੰਕਾਰ ਨੂੰ ਪਾਇਆ ਜਾਏ। ਸੋ ਇਹ ਕਥਾ ਕਰਨੀ ਹੈ, ਇਹ ਕਹਾਣੀ ਕਰਨੀ ਹੈ ਕਿ ਕਿਵੇਂ ਸਾਡੇ ਮਨ ਅੰਦਰ ਅਕਾਲ ਪੁਰਖ ਵਸ ਸਕੇ, ਕਿਵੇਂ ਉਸ ਦੀ ਜੋਤ ਨੂੰ ਮਨ ਮਹਿਸੂਸ ਕਰ ਸਕੇ, ਕਿਵੇਂ ਮਨ ਉਸ ਰੱਬੀ ਨੂਰ ਨੂੰ ਹਰ ਪਾਸੇ ਵਸਿਆ ਦੇਖ ਸਕੇ। ਸੋ ਇਹ ਕਥਾ ਕਰਨੀ ਹੈ। ਗੁਰੂ ਪਿਆਰਿਓ ਗੁਰੂ ਕੋਲ ਜਾ ਕੇ
ਜੇ ਗੁਰੂ ਦੇ ਪਿਆਰਿਆਂ ਪਾਸੋਂ ਇਹ ਵਿਚਾਰ ਹੀ ਨਾ ਸੁਣੇ ਕਿ ਕਿੰਜ ਨਿਰੰਕਾਰ ਨਾਲ ਇੱਕ ਹੋਣਾ ਹੈ, ਕਿਵੇਂ ਅਕਾਲ ਪੁਰਖ ਦੇ ਗੁਣਾਂ ਨੂੰ ਪਾਣਾ, ਤਾਂ ਸਾਡਾ ਗੁਰਦੁਆਰਾ ਸਾਹਿਬ ਜਾਣ ਦਾ ਕੀ ਲਾਭ। ਆਓ ਕੋਸ਼ਿਸ਼ ਕਰੀਏ ਕਿ ਜਦ ਵੀ ਗੁਰਮੁਖਾਂ ਕੋਲ ਬੈਠੀਏ, ਜਦ ਵੀ ਗੁਰੂ ਕੋਲ ਜਾਈਏ, ਤਾਂ ਅਕਾਲ ਪੁਰਖ ਦੀਆਂ ਕਹਾਣੀਆਂ ਹੀ ਪਈਏ, ਤਾਂ ਜੋ ਕਿਸੇ ਬਹਾਨੇ ਥੋੜਾ ਬਹੁਤ ਸਾਡੇ ਮਨ ਦਾ ਮੋੜਾ ਵੀ ਸੱਚੇ ਮਾਲਕ ਵੱਲ ਪੈ ਸਕੇ, ਕਿਸੇ ਬਹਾਨੇ ਸਾਡਾ ਮਨ ਵੀ ਅਕਾਲ ਪੁਰਖ ਵਾਲੇ ਪਾਸੇ, ਸੁਚੱਜੇ ਪਾਸੇ, ਸੱਚ ਵਾਲੇ ਪਾਸੇ ਲੱਗ ਸਕੇ। ਤਾਂ ਗੁਰੂ ਪਿਆਰਿਓ, ਇੱਕ ਵਾਰ ਫਿਰ ਇਸ ਤੁਕ ਨੂੰ ਸਮਝਦੇ ਹਾਂ ਕਿ ਉਸ ਪ੍ਰਭੂ ਦੀਆਂ ਕਹਾਣੀਆਂ ਸੁਣੀਏ, ਸੁਣਾਈਏ, ਜਿਸ ਦੇ ਗੁਣ ਬਿਆਨ ਤੋਂ ਪਰੇ ਹਨ, ਅਖਤ ਹਨ, ਅਤੇ ਕਥਾ ਕਹਾਣੀ ਇਸ ਲਈ ਕਰਨੀ ਹੈ ਤਾਂ ਜੋ ਇਹ ਕਥਾ ਕਹਾਣੀ ਕਰਦੇ ਕਰਦੇ ਪਤਾ ਲੱਗ ਸਕੇ ਕਿ ਉਹ ਪ੍ਰਭੂ ਕਿਵੇਂ ਮਿਲਦਾ ਹੈ, ਉਸ ਦਾ ਤਰੀਕਾ ਮਨ ਨੂੰ ਮਿਲ ਸਕੇ। ਇੱਕ ਗੱਲ ਹੋਰ ਗੁਰੂ ਪਿਆਰਿਓ, ਕਹਾਣੀ ਦਾ ਇੱਥੇ ਅਰਥ ਕੋਈ ਮਨ ਘੜਤ ਕਹਾਣੀ ਨਹੀਂ ਹੈ, ਬਲਕਿ ਕਹਾਣੀ ਇਹ ਹੋਵੇ ਕਿ ਕਿਤ ਦੁਆਰੇ ਪਈਏ। ਕਹਾਣੀ ਇਹ ਹੈ ਕਿ ਕਿਸ ਤਰੀਕੇ ਨਾਲ ਅਕਾਲ ਪੁਰਖ ਨੂੰ ਪਾਇਆ ਜਾਏ, ਕਿਸ ਤਰੀਕੇ ਨਾਲ ਸਿਰਜਣਹਾਰ ਦਾਤਾਰ ਦੇ ਗੁਣਾਂ ਨੂੰ ਗਾ ਗਾ ਕੇ ਉਸ ਦਾ ਰੂਪ ਹੋਇਆ ਜਾਏ। ਸੋ ਇਹ ਸਵਾਲ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ, ਪਰ ਜੇ ਪੁੱਛਿਆ ਜਾਏ ਕਿ ਇਸ ਦਾ ਜਵਾਬ ਕੀ ਹੈ, ਇਸ ਦਾ ਜਵਾਬ ਜੇ ਸਾਡੇ ਵਰਗਿਆਂ ਕੋਲੋਂ ਪੁੱਛਿਆ ਜਾਏ ਤਾਂ ਸਾਡੇ ਕੋਲ ਤਾਂ ਇਸ ਦਾ ਜਵਾਬ ਨਹੀਂ ਹੈ। ਇਸ ਦਾ ਜਵਾਬ ਤਾਂ ਉਹੀ ਦੇ ਸਕਦਾ ਹੈ ਜੋ ਇੱਕ ਨਾਲ ਇੱਕ ਹੋਇਆ ਹੋਏ, ਜੋ ਉਸ ਦਾ ਹੀ ਰੂਪ ਹੋਏ। ਤਾਂ ਇਸ ਸਵਾਲ ਦਾ ਜਵਾਬ ਗੁਰੂ ਪਿਆਰਿਓ ਕਿਤੋਂ ਹੋਰ ਨਹੀਂ ਬਲਕਿ ਉਸ ਦੀ ਮੂਰਤ ਅਕਾਲ ਪੁਰਖ ਦੀ ਜੋਤ ਜੋ ਕਿ ਗੁਰਬਾਣੀ ਹੈ, ਉਸ ਰਾਹੀਂ ਹੀ ਜਾਣਿਆ ਜਾ ਸਕਦਾ ਹੈ। ਤਾਂ ਜਵਾਬ ਕੀ ਹੈ? ਇਸ ਜਵਾਬ ਨੂੰ ਜਾਣਨ ਲਈ ਸਾਨੂੰ ਇਸ ਪੌੜੀ ਦੀ ਅਗਲੀ ਤੁਕ ਨੂੰ ਸਮਝਣਾ ਪਏਗਾ, ਜਿਸ ਅੰਦਰ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਸੌਂਪ ਭਾਵ ਹਵਾਲੇ ਕਰ ਦੇਣਾ, ਸੌਂਪ ਦੇਣਾ। ਗੁਰੂ ਪਿਆਰੋ, ਪਿਛਲੇ ਤੁਕ ਅੰਦਰ ਇਸ ਸਵਾਲ ਦਾ ਜ਼ਿਕਰ ਸੀ, ਉਸ ਦਾ ਜਵਾਬ ਇਸ ਤੁਕ ਅੰਦਰ ਹੈ। ਸੋ ਸਵਾਲ ਸੀ ਕਿ ਕਿਤ ਦੁਆਰੇ ਪਾਈ ਹੈ, ਕਿਹੜੇ ਤਰੀਕੇ ਨਾਲ ਅਕਾਲ ਪੁਰਖ ਨੂੰ ਪਾਇਆ ਜਾਏ, ਮਿਲਿਆ ਜਾਏ। ਤਾਂ ਇਸ ਦਾ ਜਵਾਬ ਹੈ ਤਾਂ ਬੜਾ ਸਿੱਧਾ, ਪਰ ਸਾਡੇ ਤੌਰ ਤਰੀਕੇ ਗਲਤ ਹੋਣ ਨਾਲ, ਉਲਟ ਹੋਣ ਕਰਕੇ ਜਵਾਬ ਲੱਭ ਨਹੀਂ ਪਾਉਂਦੇ, ਬਲਕਿ ਉਲਟਾ ਇੱਕ ਤੋਂ ਦੂਰ ਹੋ ਕੇ ਵਿਕਾਰਾਂ 'ਚ ਪੈ ਕੇ ਇੱਕ ਤੋਂ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਾਂ। ਜਦ ਅਸੀਂ ਦਾਤਾਰ ਨੂੰ ਛੱਡ ਕੇ ਦਾਤਾਂ ਨਾਲ ਮੋਹ ਪਾ ਲੈਂਦੇ ਹਾਂ ਤਾਂ ਸੱਚ ਤੋਂ ਕੋਹਾਂ ਦੂਰ ਚਲੇ ਜਾਂਦੇ ਹਾਂ, ਜਿਸ ਕਾਰਨ ਸਾਨੂੰ ਇਹ ਜਵਾਬ ਨਹੀਂ ਲੱਭ ਪਾਉਂਦੇ, ਜਿਸ ਕਾਰਨ ਸਾਡੀ ਜਿੰਦ ਨੂੰ ਦੁੱਖ ਵਿਆਪਦੇ ਹਨ, ਮਨ ਅਸ਼ਾਂਤ ਤੇ ਵਿਕਾਰਾਂ ਨਾਲ ਭਰਿਆ ਰਹਿੰਦਾ ਹੈ। ਪਰ ਜਦ ਤਨ ਮਨ ਧਨ ਸਭ ਸੌਂਪ ਗੁਰ ਕੋ, ਪਰ ਜਦੋਂ ਤਨ ਮਨ ਧਨ ਸਭ ਕੁਝ ਗੁਰੂ ਦੇ ਹਵਾਲੇ ਕਰ ਦਈਏ, ਭਾਵ ਜਦ ਮੋਹ ਤਿਆਗ ਦਈਏ, ਮਨ ਦੀ ਮਤ ਤਿਆਗ ਦਈਏ, ਤਨ ਦਾ ਹੰਕਾਰ ਤਿਆਗ ਦਈਏ, ਧਨ ਦਾ ਲੋਭ ਤਿਆਗ ਦਈਏ, ਜਦ ਸਭ ਕੁਝ ਗੁਰੂ ਦੇ ਹਵਾਲੇ ਕਰ ਦਈਏ ਤਾਂ ਸਾਡਾ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡੇ ਅੰਦਰ ਵਿਕਾਰ ਦੂਰ ਹੋ ਜਾਂਦੇ ਹਨ। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤਨ ਮਨ ਜਿਸ ਦਾ ਸੀ, ਅਸੀਂ ਤਾਂ ਉਸ ਨੂੰ ਹੀ ਵਿਸਾਰੇ ਬੈਠੇ ਹਾਂ। ਇਹ ਮਨ ਜਿਸ ਦਾ ਸੀ, ਉਸ ਨੂੰ ਹੀ ਮਨੋਂ ਭੁਲਾਈ ਬੈਠੇ ਹਾਂ। ਪਰ ਜਦ ਮਨ ਗੁਰੂ ਦੇ ਹਵਾਲੇ ਕਰ ਦਿੱਤਾ ਤਾਂ ਸਮਝ ਪਈ ਕਿ ਇੱਥੇ ਤਾਂ ਮੇਰਾ ਕੁਝ ਹੈ ਹੀ ਨਹੀਂ, ਸਭ ਕੁਝ ਤਾਂ ਉਸ ਅਕਾਲ ਪੁਰਖ ਦਾ ਹੀ ਹੈ। ਸੋ ਜਿਸ ਦਾ ਹੈ, ਜਿਸ ਨੇ ਦਿੱਤਾ, ਜਿਸ ਨੇ ਬਣਾਇਆ, ਉਸ ਦੇ ਹਵਾਲੇ ਕਰ ਦੇਣ ਨਾਲ ਜ਼ਿੰਦਗੀ ਸੁਧਰ ਜਾਂਦੀ ਹੈ, ਮਨ ਨਿਰੰਕਾਰ ਨਾਲ ਇੱਕ ਹੋ ਜਾਂਦਾ ਹੈ। ਪਰ ਮਨ ਤਨ ਸੌਂਪਿਆ ਕਿੰਜ ਜਾਏ, ਕਿਵੇਂ ਇਸ ਰਸਤੇ ਤੇ ਚੱਲਿਆ ਜਾਏ? ਗੁਰੂ ਸਾਹਿਬ ਇਸ ਦਾ ਜਵਾਬ ਵੀ ਨਾਲ ਹੀ ਦਿੰਦੇ ਹਨ ਕਿ ਹੁਕਮ ਮੰਨਿਆ, ਭਾਵ ਜੇ ਜ਼ਿੰਦਗੀ ਨੂੰ, ਤਨ ਨੂੰ ਸੁਧਾਰਨਾ ਹੈ, ਜੇ ਮਨ ਨੂੰ ਨਿਰੰਕਾਰ ਨਾਲ ਇੱਕ ਕਰਨਾ ਹੈ ਤਾਂ ਇੱਕੋ ਹੀ ਕਾਰਜ ਕਰਨਾ ਪਏਗਾ, ਉਹ ਇਹ ਕਿ ਗੁਰੂ ਦੇ ਹੁਕਮ ਨੂੰ ਮੰਨਣਾ ਪੈਣਾ ਹੈ, ਜਿਵੇਂ ਗੁਰੂ ਚਲਾਏ ਚੱਲਣਾ ਪੈਣਾ ਹੈ। ਕਿਉਂਕਿ ਆਪਣੇ ਵੱਲੋਂ ਤਾਂ ਅਸੀਂ ਰੋਜ਼ ਤਨ ਕਰਕੇ ਗੁਰੂ ਕੋਲ ਜਾਂਦੇ ਹਾਂ, ਪਰ ਜੋ ਗੁਰੂ ਸਾਹਿਬ ਕਹਿੰਦੇ ਹਨ, ਜੋ ਹੁਕਮ ਕਰਦੇ ਹਨ, ਉਸ ਨੂੰ ਮੰਨਦੇ ਹੀ ਨਹੀਂ। ਗੁਰੂ ਪਿਆਰੋ, ਸਿਰਫ ਤਨ ਕਰਕੇ ਕਹੀ ਜਾਣਾ ਕਿ ਇਹ ਤਨ ਗੁਰੂ ਸਾਹਿਬ ਤੇਰਾ ਹੈ, ਇਹ ਮਨ ਤੇਰਾ ਹੈ, ਪਰ ਅੰਦਰੋਂ ਅਸੀਂ ਗੱਲ ਮੰਨੀਏ ਨਾ ਤਾਂ ਬਦਲਾਵ ਨਹੀਂ ਆਉਂਦਾ। ਸੋ ਗੁਰੂ ਦੇ ਹੁਕਮ ਨੂੰ ਮੰਨਣਾ ਹੈ, ਜੋ ਗੁਰੂ ਕਹੇ ਉਸ ਅਨੁਸਾਰ ਚੱਲਣਾ ਹੈ। ਜਦ ਗੁਰੂ ਦੇ ਹੁਕਮ 'ਚ ਚੱਲਦੇ ਹਾਂ ਤਾਂ ਜ਼ਿੰਦਗੀ ਆਨੰਦ 'ਚ ਬੀਤਦੀ ਹੈ। ਭਾਵੇਂ ਜ਼ਿੰਦਗੀ 'ਚ ਮੁਸ਼ਕਿਲਾਂ ਆਉਣ, ਦੁੱਖ ਆਉਣ, ਫਿਰ ਕਦੇ ਮਨ ਡਗਮਗਾਉਂਦਾ ਨਹੀਂ, ਕਦੇ ਡੋਲਦਾ ਨਹੀਂ, ਹਮੇਸ਼ਾ ਇੱਕ ਨਾਲ ਜੁੜਿਆ ਰਹਿੰਦਾ। ਫਿਰ ਕਦੇ ਆਪਣੇ ਤਨ ਦਾ, ਬਲ ਦਾ, ਮਨ ਦਾ, ਧਨ ਦਾ ਹੰਕਾਰ ਨਹੀਂ ਕਰਦਾ। ਸੋ ਗੁਰੂ ਸਾਹਿਬ ਇਸ ਤੋਂ ਕਰੇ ਫਰਮਾਉਂਦੇ ਹਨ ਕਿ ਜੋ ਮਨ ਇਸ ਪੜਾਅ ਤੇ ਪੁੱਜੈ,
जो निरंकार ਨੂੰ ਪਾਉਣਾ ਚਾਹੁੰਦਾ ਹੈ ਉਹ ਆਪਣਾ ਆਪ ਮਾਇਆ ਦੇ ਹਵਾਲੇ ਕਰਨ ਦੀ ਬਜਾਏ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਦੇ ਹਵਾਲੇ ਕਰੇ। ਜੋ ਗੁਰੂ ਹੁਕਮ ਕਰੇ ਉਸ ਨੂੰ ਮੰਨੇ। ਜਦ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗ ਪਏ ਤਾਂ ਪਰਮਾਤਮਾ ਮਿਲ ਪੈਂਦਾ ਹੈ। ਇਹ ਪਿਛਲੇ ਸਵਾਲ ਦਾ ਜਵਾਬ ਕਿ ਗੁਰੂ ਦੇ ਹੁਕਮ 'ਚ ਚੱਲ ਕੇ ਹੀ ਹੁਕਮੇ ਨਾਲ ਮਿਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਜੇ ਇੱਕ ਹੋਰ ਸਵਾਲ ਅਸੀਂ ਬਣਾ ਲਈਏ ਕਿ ਗੁਰੂ ਦਾ ਹੁਕਮ ਹੈ ਕੀ, ਤਾਂ ਇਸ ਦਾ ਜਵਾਬ ਜੇ ਬਹੁਤ ਛੋਟਾ ਦੇਣਾ ਹੋਏ ਤਾਂ ਉਸ ਬਾਰੇ ਗੁਰੂ ਸਾਹਿਬ ਅਗਲੇ ਤੁਕ ਅੰਦਰ ਫਰਮਾਉਂਦੇ ਹਨ ਕਿ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਇਸ ਪੌੜੀ ਅੰਦਰ ਪਹਿਲਾਂ ਕੇਰੀ ਸ਼ਬਦ ਆਇਆ ਸੀ ਜਿਸ ਦਾ ਅਰਥ ਸੀ ਦੀ। ਹੁਣ ਕੇਰਾ ਸ਼ਬਦ ਆਇਆ ਜਿਸ ਦਾ ਅਰਥ ਹੈ ਦਾ। ਗੁਰੂ ਕੇਰਾ ਭਾਵ ਗੁਰੂ ਦਾ ਹੁਕਮ ਮੰਨੋ, ਗੁਰੂ ਦਾ ਜੋ ਗੁਰੂ ਕਹੇ ਉਸ ਨੂੰ ਮੰਨੋ। ਸੋ ਜੋ ਗੁਰੂ ਕਹੇ ਉਸ ਨੂੰ ਮੰਨਣਾ ਹੁਕਮ ਹੈ। ਸੋ ਗੁਰੂ ਸਾਹਿਬ ਕੀ ਕਹਿੰਦੇ ਹਨ ਜਾਂ ਕਿਵੇਂ ਹੁਕਮ ਰਾਹੀਂ ਕਹਿੰਦੇ ਹਨ? ਇਸ ਦਾ ਜਵਾਬ ਹੈ ਕਿ ਗੁਰੂ ਸਾਹਿਬ ਆਪਣੀ ਬਾਣੀ ਰਾਹੀਂ ਬੋਲਦੇ ਹਨ। ਇਸ ਲਈ ਗੁਰੂ ਸਾਹਿਬ ਇਸ ਤੁਕ ਅੰਦਰ ਬਹੁਤ ਪਿਆਰੇ ਸ਼ਬਦ ਹੀਰੇ ਵਾਂਗ ਜੜਦੇ ਹਨ ਕਿ ਗਾਵੋ ਸੱਚੀ ਬਾਣੀ। ਹੇ ਸੰਤ ਜਨੋ, ਹੇ ਗੁਰਮੁਖੋ, ਹੁਕਮ ਨੂੰ ਜਾਣਨ ਲਈ ਸੱਚੀ ਬਾਣੀ ਨੂੰ ਗਾਵੋ, ਗੁਰਬਾਣੀ ਨੂੰ ਗਾਵੋ, ਗੁਰਬਾਣੀ ਨੂੰ ਸਮਝੋ। ਸੋ ਜੋ ਮਨ ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹਦਾ ਹੈ, ਸਮਝਦਾ ਹੈ, ਜੋ ਬਾਣੀ ਨੂੰ ਜਿਉਂਦਾ ਹੈ, ਹੰਡਾਉਂਦਾ ਹੈ, ਸਮਝੋ ਉਹ ਗੁਰੂ ਸਾਹਿਬ ਦਾ ਹੁਕਮ ਮੰਨ ਰਿਹਾ ਹੈ। ਜੋ ਗੁਰੂ ਸਾਹਿਬ ਦੇ ਕਹਿਣੇ ਤੋਂ ਭਾਵ ਗੁਰਬਾਣੀ ਤੋਂ ਉਲਟ ਕੁਝ ਨਹੀਂ ਕਰਦਾ ਉਹ ਹੁਕਮ ਅੰਦਰ ਹੈ। ਸੋ ਇਹ ਇੱਕ ਬੜਾ ਹੀ ਪਿਆਰਾ ਤਰੀਕਾ ਹੈ ਅਕਾਲ ਪੁਰਖ ਨਾਲ ਇੱਕ ਹੋਣ ਦਾ। ਉਹ ਹੈ ਕਿ ਗੁਰੂ ਸਾਹਿਬ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਹੈ। ਆਪਣੇ ਵਿਚਾਰ ਗੁਰੂ ਅੱਗੇ ਰੱਖ ਦੇਣੇ ਹਨ, ਆਪਣੀ ਮੱਤ ਗੁਰੂ ਅੱਗੇ ਰੱਖ ਦੇਣੀ ਹੈ ਅਤੇ ਗੁਰੂ ਦੀ ਮੱਤ ਨੂੰ ਲੈਣਾ ਹੈ, ਗੁਰੂ ਦੇ ਉਪਦੇਸ਼ਾਂ ਨੂੰ ਲੈਣਾ ਹੈ। ਆਪਣੀ ਸਮਝ ਸਭ ਕੁਝ ਗੁਰੂ ਦੇ ਅੱਗੇ ਰੱਖ ਦੇਣੀ ਹੈ। ਜਦ ਅਸੀਂ ਆਪਣਾ ਆਪ ਗੁਰੂ ਅੱਗੇ ਰੱਖ ਦਿੰਦੇ ਹਾਂ, ਜਦ ਅੰਦਰੋਂ ਖਾਲੀ ਹੋ ਜਾਂਦੇ ਹਾਂ ਤੇ ਇਸ ਤੋਂ ਬਾਅਦ ਗੁਰੂ ਸਾਹਿਬ ਕੀ ਕਹਿ ਰਹੇ ਹਨ ਉਸ ਦੀ ਸਮਝ ਮਨ ਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ। ਅਤੇ ਜਿਉਂ-ਜਿਉਂ ਮਨ ਸਮਝਦਾ ਜਾਂਦਾ ਹੈ ਤਿਉਂ-ਤਿਉਂ ਉਹ ਗੁਰੂ ਦੇ ਕਹਿਣ 'ਚ ਆ ਜਾਂਦਾ ਹੈ, ਹੁਕਮ 'ਚ ਆ ਜਾਂਦਾ ਹੈ। ਫਿਰ ਜ਼ਿੰਦਗੀ ਦੀ ਗੱਡੀ ਲੀ ਤੇ ਆ ਜਾਂਦੀ ਹੈ ਤੇ ਜਿੰਨਾ ਮਨ ਗੁਰੂ ਦੇ ਹੁਕਮ ਨੂੰ, ਸੱਚੇ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦਾ ਹੈ, ਚੱਲਦਾ ਹੈ, ਉਨਾ ਉਹ ਅਕਾਲ ਪੁਰਖ ਦੇ ਨੇੜੇ ਹੁੰਦਾ ਜਾਂਦਾ ਹੈ। ਸੋ ਇਹ ਹੈ ਤਰੀਕਾ, ਇਹ ਹੈ ਜਵਾਬ ਕਿ ਕਿਵੇਂ ਅਕਾਲ ਪੁਰਖ ਬਾਰੇ ਜਾਣਿਆ ਜਾਏ, ਸਮਝਿਆ ਜਾਏ, ਇੱਕ ਹੋ ਜਾਏ। ਗੁਰੂ ਪਿਆਰਿਓ, ਗੁਰੂ ਦੇ ਹੁਕਮ 'ਚ ਚੱਲ ਕੇ ਹੀ ਨਿਰੰਕਾਰ ਨਾਲ ਇੱਕ ਹੋਇਆ ਜਾ ਸਕਦਾ ਹੈ। ਸੋ ਆਓ ਇੱਕ ਵਾਰ ਫਿਰ ਇਸ ਤੁਕ ਦੇ ਅਰਥ ਜਾਣਦੇ ਹਾਂ ਜਿਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਸੰਤ ਜਨੋ, ਗੁਰੂ ਦੇ ਹੁਕਮ ਨੂੰ ਮੰਨਣਾ ਕਰੋ, ਸੱਚੀ ਬਾਣੀ ਨੂੰ ਗਾਵੋ, ਕੀਰਤਨ ਕਰੋ, ਜਸ ਗਾਵੋ ਤਾਂ ਜੋ ਅਕਾਲ ਪੁਰਖ ਨੂੰ ਪਾਇਆ ਜਾ ਸਕੇ। ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਇਸ ਪੌੜੀ ਦੀ ਅੰਤਲੀ ਤੁਕ ਅੰਦਰ ਫਰਮਾਉਂਦੇ ਹਨ ਕਿ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਸੋ ਅੰਤ 'ਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਸੰਤ ਜਨੋ, ਹੇ ਗੁਰਮੁਖੋ, ਅਕਾਲ ਪੁਰਖ ਨੂੰ ਮਿਲਣ ਦਾ ਸਹੀ ਰਸਤਾ ਇਹੀ ਹੈ ਕਿ ਸੱਚੀ ਬਾਣੀ ਨੂੰ ਗਾਵੋ। ਬਾਣੀ ਹੈ ਗੁਰੂ ਦੀ ਜਿਸ ਅੰਦਰ ਨਾਮ ਹੈ, ਅਕਥ ਦੀ ਕਥਾ ਹੈ, ਕਹਾਣੀ ਹੈ। ਸੋ ਮਿਲਣ ਦਾ ਰਾਹ ਸੁਣੋ ਸੰਤੋ, ਅਕਥ ਅਕਾਲ ਪੁਰਖ ਦੀਆਂ ਕਹਾਣੀਆਂ ਕਰਿਆ ਕਰੋ, ਕਥਾ ਕਰਿਆ ਕਰੋ, ਵਿਚਾਰ ਕਰਿਆ ਕਰੋ। ਸੋ ਮਨ ਜਿੰਨਾ ਸੱਚੀ ਬਾਣੀ ਦੀ ਵਿਚਾਰ ਕਰੇਗਾ, ਜਿੰਨਾ ਇਸ ਬਾਣੀ ਨੂੰ ਬੁੱਝੇਗਾ, ਉਨਾ ਅਕਾਲ ਪੁਰਖ ਦੇ ਨੇੜੇ ਹੁੰਦਾ ਜਾਏਗਾ, ਉਨਾ ਆਨੰਦ ਨਾਲ ਭਰਦਾ ਜਾਏਗਾ। ਗੁਰੂ ਪਿਆਰਿਓ, ਇਹ ਜੀਵਨ ਬੜਾ ਹੀ ਦੁਰਲਭ ਹੈ। ਇਸ ਨੂੰ ਮਾੜੀਆਂ ਕਹਾਣੀਆਂ ਕਰਕੇ, ਸੁਣ ਕੇ, ਦੇਖ ਕੇ ਬੇਕਾਰ 'ਚ ਨਾ ਗਵਾਓ। ਜਿੰਨਾ ਜ਼ਿਆਦਾ ਅਸੀਂ ਮਾੜੀਆਂ ਕਥਾਵਾਂ ਕਹਾਣੀਆਂ ਨਾਲ ਜੁੜਦੇ ਹਾਂ, ਉਨਾ ਸਾਡਾ ਜੀਵਨ ਪੱਧਰ ਨੀਵਾਂ ਹੋ ਜਾਂਦਾ ਹੈ, ਉਨਾ ਹੋਰ ਵਿਕਾਰਾਂ ਨਾਲ ਭਰ ਜਾਂਦਾ ਹੈ। ਇਸ ਲਈ ਅਕਥ ਕਥਾ ਨਾਲ ਜੁੜੀਏ, ਗੁਰੂ ਦੀ ਬਾਣੀ ਨਾਲ ਜੁੜੀਏ, ਸੱਚੀ ਬਾਣੀ ਨਾਲ ਜੁੜੀਏ। ਜਿਵੇਂ ਕਿ ਗੁਰੂ ਸਾਹਿਬ 9ਵੀਂ ਪੌੜੀ ਦੇ ਅੰਤ 'ਚ ਫਰਮਾਉਂਦੇ ਹਨ ਕਿ ਹੇ ਸੰਤ ਜਨੋ ਸੁਣੋ, ਅਕਾਲ ਪੁਰਖ ਨੂੰ ਮਿਲਣ ਦਾ ਅਤੇ ਆਤਮਿਕ ਆਨੰਦ ਦਾ ਸਹੀ ਰਸਤਾ ਇਹੀ ਹੈ ਕਿ ਉਸ ਅਕਥ ਅਕਾਲ ਪੁਰਖ ਦੀਆਂ ਕਹਾਣੀਆਂ ਕਰਿਆ ਕਰੋ, ਉਸ ਦਾ ਹੀ ਗੁਣਗਾਨ ਕਰਿਆ ਕਰੋ। ਸੋ ਇਹ ਸੀ ਆਨੰਦ ਸਾਹਿਬ ਦੀ 9ਵੀਂ ਪੌੜੀ ਦੀ ਸੰਖੇਪ ਵਿਚਾਰ, ਜਿਸ ਅੰਦਰ ਅਕਾਲ ਪੁਰਖ ਨਾਲ ਇੱਕ ਹੋਣ ਲਈ ਕੁਝ ਵਿਚਾਰਾਂ ਵੱਲ ਗੁਰੂ ਸਾਹਿਬ ਨੇ ਸਾਡਾ ਧਿਆਨ ਦਿਵਾਇਆ ਕਿ ਸਾਨੂੰ ਕੱਚੀਆਂ ਕਹਾਣੀਆਂ ਨਾਲ ਨਹੀਂ ਜੁੜਨਾ, ਅਕਥ ਦੀ ਕਹਾਣੀ ਨਾਲ ਜੁੜਨਾ ਹੈ। ਪਰ ਜੁੜਨਾ ਕਿੰਜ ਹੈ?
ਕਿਵੇਂ ਸਾਡਾ ਮਨ ਇੱਕ ਨਾਲ ਜੁੜ ਸਕੇ, ਇਸ ਦੇ ਲਈ ਗੁਰੂ ਦੀ ਬਾਣੀ ਨਾਲ ਜੁੜਨਾ ਹੈ, ਸੱਚੀ ਬਾਣੀ ਨਾਲ। ਗੁਰੂ ਸਾਹਿਬ ਦੀ ਬਾਣੀ ਨੂੰ ਮੰਨਣਾ ਹੀ ਗੁਰੂ ਦੇ ਹੁਕਮ ਨੂੰ ਮੰਨਣਾ ਹੈ। ਸੋ ਜੋ ਗੁਰੂ ਦੇ ਹੁਕਮ ਨੂੰ ਮੰਨ ਲੈਂਦਾ ਹੈ, ਭਾਵ ਜੋ ਗੁਰੂ ਦੀ ਬਾਣੀ ਨੂੰ ਜਿਉਣ ਲੱਗ ਪੈਂਦਾ, ਉਸ ਦਾ ਫਿਰ ਤਨ ਮਨ ਧਨ ਨਾਲੋਂ ਮੋਹ ਟੁੱਟ ਜਾਂਦਾ ਹੈ। ਉਹ ਫਿਰ ਤਨ ਮਨ ਧਨ ਦੀ ਸੁਚੱਜੀ ਵਰਤੋਂ ਕਰਨ ਲੱਗ ਪੈਂਦਾ ਹੈ ਅਤੇ ਇਸ ਦੀ ਸਹੀ ਵਰਤੋਂ ਕਰਨਾ ਹੀ ਅਸਲ ਸੇਵਾ ਹੈ। ਸੋ ਜੋ ਮਨ ਗੁਰੂ ਦੇ ਹੁਕਮ 'ਚ ਹੋ ਜਾਵੇ, ਜੋ ਸੱਚੀ ਬਾਣੀ ਨੂੰ ਦਿਨ ਰਾਤ ਗਾਵੇ, ਮੰਨੇ, ਜੀਵੇ, ਸਮਝੇ, ਉਹ ਸਮਝੋ ਅਕਥ ਦੀ ਕਥਾ ਕਰ ਰਿਹਾ ਹੈ, ਉਹ ਅਕਾਲ ਪੁਰਖ ਦੀਆਂ ਬਾਤਾਂ ਪਾ ਰਿਹਾ ਹੈ, ਉਹ ਉਸ ਦਾ ਹੀ ਹਿੱਸਾ ਹੋ ਰਿਹਾ। ਸੋ ਆਓ ਅਕਥ ਦੀ ਕਹਾਣੀ ਕਰੀਏ, ਕਥਾ ਕਰੀਏ। ਕਿੱਥੋਂ ਕਰੀਏ? ਸੱਚੀ ਬਾਣੀ ਰਹੇ, ਗੁਰੂ ਸਾਹਿਬ ਦੀ ਸੱਚੀ ਬਾਣੀ ਰਹੇ। ਤਾਂ ਗੁਰੂ ਪਿਆਰਿਓ, ਇਸ ਸੰਖੇਪ ਜੀ ਵਿਚਾਰ ਤੋਂ ਬਾਅਦ ਅਗਲੀ ਪੌੜੀ ਦੀ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਆਉਣ ਵਾਲੀ ਵੀਡੀਓ 'ਚ ਸਮਝਾਂਗੇ। ਅੱਜ ਲਈ ਇੰਨਾ ਹੀ। ਅੰਤ ਵਿੱਚ ਇਸ ਵਿਚਾਰ ਲਈ, ਬਾਣੀ ਲਈ, ਸਿੱਖਿਆਵਾਂ ਲਈ, ਦਾਤਾਂ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਹੈ ਅਤੇ ਇਸ ਵਿਚਾਰ ਦੌਰਾਨ ਹੋਈਆਂ ਸਭ ਭੁੱਲਾਂ ਚੁੱਕਾਂ ਦੀ ਮੈਂ ਖਿਮਾ ਮੰਗਦਾ ਅਤੇ ਇਸ ਵਿਚਾਰ ਨੂੰ ਸੁਣਨ ਲਈ ਆਪ ਸਭ ਗੁਰੂ ਪਿਆਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।